इसलिए ऐ प्यारिया, जे तू ब्रह्मंड तो खुशियां चाहता है, कामयाबी चाहता है, तो वो कामयाबी, वो सफलता, वो आनंद देने वाला दाता तो तेरे अंदर बैठा है। अंदरों तू जेड़ी चीज की तलाश करनी है उन्हें तेन उही देनी शुरू कर देनी है। समझते हो कि नहीं? अजमा के देखो, नहीं तो बैठे बैठे सोचो, बैठे बैठे सोचो खुशी बारे, बैठे बैठे सोचो आनंद बारे, तो तुसी देखोगे ਜਦੋਂ ਤੁਸੀਂ खुशी की किसी घटना ਨੂੰ याद करोगे तो एक घटना के पिछे दूजी याद आएगी, दूजी के पिछे तीजी याद आएगी। ਜਦੋਂ ਅਸੀਂ ਤੁਹਾਨੂੰ ਕਹਾਂਗੇ ਆਪਣੇ ਜੀਵਨ ਦੀਆਂ खुशी ਵਾਲੀਆਂ ਘਟਨਾਵਾਂ याद करो तो 1 2 3 करके ਸਾਰੀਆਂ ਘਟਨਾਵਾਂ ਹੌਲੀ ਹੌਲੀ ਤੁਹਾਡੀਆਂ ਅੱਖਾਂ ਮੂਹਰੇ ਆਣੀਆਂ ਸ਼ੁਰੂ ਹੋ ਜਾਣਗੀਆਂ कि नहीं? ਹੁਣ ਜਰਾ ਇਦਾਂ ਸਮਝ ਲਓ, ਅਸੀਂ ਤੁਹਾਨੂੰ ਕਹੀਏ ਚਲੋ ਦੱਸੋ ਕਿ ਪਿਛਲੇ 5 ਸਾਲਾਂ ਅੰਦਰ ਤੁਸੀਂ ਕਿਹਦੇ ਕਿਹਦੇ ਵਿਆਹ 'ਚ ਭੰਗੜਾ ਪਾਇਆ ਸੀ ਜਾਂ ਕਿਹਦੇ ਕਿਹਦੇ ਵਿਆਹ 'ਚ ਖਾਣਾ ਖਾਦਾ ਸੀ। ਹੁਣ ਦੇਖੋ ਤੁਹਾਡੀਆਂ ਅੱਖਾਂ ਬੰਦ ਹੋਣਗੀਆਂ ਜੇ ਇਦਾਂ ਹੀ ਤੁਸੀਂ ਸੋਚਣਾ ਸ਼ੁਰੂ ਕਰ ਦੋਗੇ, ਉਹ ਫਲਾਣੇ ਦੇ ਵਿਆਹ 'ਚ ਗਿਆ ਸੀ, ਉਹਦੇ ਵਿਆਹ 'ਚ ਖਾਣਾ ਖਾਦਾ ਸੀ, ਉਹਦੇ ਵਿਆਹ 'ਚ ਭੰਗੜਾ ਪਾਇਆ ਸੀ। ਆ ਗਿਆ ਕਿ ਨਹੀਂ? ਅੱਛਾ ਸੋਚੋ ਕਿਹੜੇ ਆ ਜਿਨ੍ਹਾਂ ਨੇ ਇੱਕ ਵਿਆਹ ਕੀਤਾ ਪਿਛਲੇ 5 ਸਾਲਾਂ 'ਚ, ਇੱਕ ਵਿਆਹ 'ਚ ਗਿਆ ਹੋਵੇ ਜਾਂ ਕੋਈ 2 ਜਾਂ ਕੋਈ 4 ਕੋਈ 5, ਯਾਦ ਆਇਆ ਕਿ ਨਹੀਂ? ਗਿਣਤੀ ਹੋਈ ਕਿ ਨਹੀਂ? ਕੋਈ ਗਿਆ ਹੀ ਨਹੀਂ 5 ਸਾਲਾਂ 'ਚ, ਕੋਈ ਵਿਆਹ ਹੀ ਨਹੀਂ ਖਾਦਾ ਤੁਸੀਂ। ਕਮਾਲ ਦੀ ਗੱਲ ਹੈ, ਇਹ ਕਿੱਦਾਂ ਹੋ ਸਕਦਾ ਹੈ? ਕਿਉਂਕਿ ਆਪਣੇ ਭਾਰਤ ਦੇ ਅੰਦਰ ਤਾਂ ਮਹੀਨੇ ਮਹੀਨੇ ਬਾਅਦ ਸ਼ਾਦੀਆਂ ਆਉਂਦੀਆਂ ਰਹਿੰਦੀਆਂ ਹੈ। ਸਮਝਦੇ ਹੋ ਕਿ ਨਹੀਂ? ਕਦੀ ਇਧਰੋਂ ਕਾਰਡ ਆ ਗਿਆ, ਕਦੀ ਇਧਰੋਂ ਆ ਗਿਆ। ਹੁਣ ਤੁਸੀਂ ਕਹਿਣਾ ਜੀ ਇਹ ਸਤਸੰਗ 'ਚ ਵਿਆਹ ਦੀ ਕੀ ਲਿੰਕ ਹੈ? ਇਹ ਲਿੰਕ ਹੈ ਤੁਹਾਨੂੰ ਸਮਝਾਣਾ ਆ, ਕਿਉਂਕਿ ਪ੍ਰੈਕਟੀਕਲੀ ਬੰਦਾ ਜਦੋਂ ਸਮਝਦਾ ਫਿਰ ਪਤਾ ਲੱਗਦਾ ਹੈ ਬੰਦੇ ਨੂੰ। ਹੁਣ ਯਾਦ ਆਇਆ? ਅੱਛਾ ਦੱਸੋ ਪਿਛਲੇ 2 ਸਾਲਾਂ 'ਚ ਕਿਹੜਾ ਕਿਹੜਾ ਕਿਸੇ ਵੀ ਵਿਆਹ 'ਚ ਗਿਆ ਹੋਵੇ, ਚਾਹੇ ਘਰ ਦਾ ਵਿਆਹ ਹੋਵੇ, ਚਾਹੇ ਗੁਆਂਢੀਆਂ ਦਾ ਵਿਆਹ ਹੋਵੇ, ਯਾਰਾਂ ਦੋਸਤਾਂ ਦਾ ਵਿਆਹ ਹੋਵੇ, ਸੱਜਣਾ ਮਿੱਤਰਾਂ ਦਾ ਵਿਆਹ ਹੋਵੇ, ਹੱਥ ਖੜਾ ਕਰ ਦਿਓ ਕਿ ਪਿਛਲੇ ਸਾਲ ਯਾਨੀ 5 ਸਾਲਾਂ ਦੇ ਅੰਦਰ ਅੰਦਰ ਮੈਂ ਵਿਆਹ ਖਾਦਾ, ਮੈਂ ਗਿਆ। ਅੱਛਾ ਦੇਖੋ ਬਹੁਤ ਬੈਠੇ ਹੈ, ਹੁਣ ਗਏ ਆ ਨਾ, याद आ गया कि नहीं ब्याह? जे तुहानू कहिए याद करो कपड़े किहड़े पाए सी, तां तुहानू भी याद आना, हाँ आ कपड़े पाए सी मैं, या इहदे नाल गया सी, तुहाडे नाल कौन गया सी? पत्नी गई सी, दोस्त गया सी, भरा गया सी, कौन गया सी नाल? वो भी याद आया ना तुहानू। हुण इस लई की याद आया? ब्याह। पर जे हुण असीं कहिए, हुण इह दसो पिछले 5 सालां 'च मातम ते किन्नी वारी गए तुसीं? जिथे किसी दी मौत होई होवे, जिथे कोई मरिया होवे, ਤਾਂ ਹੁਣ ਵਿਆਹ ਦਾ ਸੀਨ ਨਹੀਂ ਯਾਦ ਆਣਾ। ਹੁਣ ਕਿਹੜਾ ਯਾਦ ਆਣਾ ਹੈ? ਮਾਤਮ ਦਾ, ਕਿਉਂਕਿ ਹੁਣ ਪੂਰਾ ਧਿਆਨ ਮਾਤਮ ਵੱਲ ਚਲਾ ਜਾਣਾ ਹੈ, ਮਰਗ ਵੱਲ ਚਲਾ ਜਾਣਾ ਹੈ। ਔਰ ਜਿੱਥੇ ਵਿਆਹ ਨੂੰ ਯਾਦ ਕਰਕੇ ਅੰਦਰ ਖੁਸ਼ੀ ਆਈ ਸੀ, ਉੱਥੇ ਹੁਣ ਮਾਤਮ ਨੂੰ ਯਾਦ ਕਰਕੇ ਅੰਦਰ ਕੀ ਆਣਾ ਹੈ? ਦੁੱਖ। ਓਹੋ ਮਾਲਕਾਂ ਨੇ ਯਾਦ ਕਰਵਾਤਾ ਮੈਨੂੰ, ਮੈਂ ਤਾਂ ਭੁੱਲ ਹੀ ਗਿਆ ਸੀ ਉਹਨੂੰ, ਹੁਣ ਮੇਰਾ ਮਨ ਫੇਰ ਦੁਖੀ ਹੋ ਗਿਆ। ਹੁਣ ਕੀ ਹੈ? ਉਹ ਘਟਨਾ 5 ਸਾਲ ਪਹਿਲਾਂ ਹੋਈ, 4 ਸਾਲ ਪਹਿਲਾਂ ਹੋਈ, ਪਰ ਯਾਦ ਕਰਕੇ ਅੱਜ ਬੰਦਾ ਦੁਖੀ ਹੋ ਜਾਂਦਾ ਹੈ। ਅਸੀਂ ਦੱਸਣਾ ਕੀ ਚਾਹੁੰਦੇ? ਜੋ ਤੁਸੀਂ ਖੋਜ ਕਰੋਗੇ ਨਾ, ਹੁਣ ਤੁਹਾਡੇ ਮਨ ਨੇ ਖੋਜਿਆ ਮੈਂ ਵਿਆਹ ਕਿੰਨੇ ਖਾਦੇ, ਤਾਂ ਮਨ ਵਿਆਹ ਚਲਾ ਗਿਆ, ਤਾਂ ਖੁਸ਼ੀ ਆਣੀ ਸ਼ੁਰੂ ਹੋ ਗਈ। ਤਾਂ ਹੁਣ ਤੁਸੀਂ ਦੁਬਾਰਾ ਸੋਚਿਆ ਮਾਤਮ ਵਾਲੇ ਪਾਸੇ, ਮਰਗ ਵਾਲੇ ਪਾਸੇ, ਤਾਂ ਉਧਰ ਧਿਆਨ ਚਲਾ ਗਿਆ, ਤਾਂ ਅੰਦਰ ਦੁੱਖ ਪੀੜਾ ਹੋਣੀ ਸ਼ੁਰੂ ਹੋ ਗਈ। ਕੌਣ ਮਰਿਆ ਸੀ, ਕਿਹਦੀ ਯਾਦ ਵਿੱਚ ਮੈਂ ਤੜਫਿਆ ਸੀ? ਹੁਣ ਜਰਾ ਗੌਰ ਕਰੋ, ਹੁਣ ਖੁਸ਼ੀ ਦੀਆਂ ਯਾਦਾਂ ਵੀ ਤੁਹਾਡੇ ਅੰਦਰ ਹੈ, ਤਾਂ ਦੁੱਖ ਦੀਆਂ ਯਾਦਾਂ ਵੀ ਤੁਹਾਡੇ ਅੰਦਰ ਹੀ ਹੈ। ਬੋਲੋ ਹੈ ਜਾਂ ਨਹੀਂ? ਜਦੋਂ ਅਸੀਂ ਵਿਆਹ ਬਾਰੇ ਕਿਹਾ ਕਿਤੇ ਬਾਹਰੋਂ ਚੀਜ਼ ਆਈ, ਅੰਦਰੋਂ ਹੀ ਉਹ ਸੋਚ ਪੈਦਾ ਹੋਈ। ਜਦੋਂ ਮਾਤਮ ਬਾਰੇ ਅਸੀਂ ਕਿਹਾ ਕਿਤੇ ਬਾਹਰੋਂ ਚੀਜ਼ ਆਈ, ਉਹ ਵੀ ਅੰਦਰ ਹੀ ਸੀ। ਪਰ ਹੁਣ ਤੁਸੀਂ ਦੇਖੋ, ਤੁਸੀਂ ਖੁਸ਼ੀ ਵੱਲ ਧਿਆਨ ਦਿੱਤਾ ਤਾਂ ਅਸੀਂ ਦੇਖ ਰਹੇ ਸੀ ਤੁਹਾਡੇ ਚਿਹਰਿਆਂ ਤੇ ਖੁਸ਼ੀ ਆ ਰਹੀ ਸੀ, ਕਿਉਂਕਿ ਤੁਸੀਂ ਉਸ ਲਈ ਖੁਸ਼ੀ ਨੂੰ ਖੋਜ ਰਹੇ ਸੀ, ਉਧਰ ਸੋਚ ਨੂੰ ਲਾ ਦਿੱਤਾ। ਇਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਅੰਦਰ ਹੀ ਹੈ ਆਨੰਦ ਦਾ ਰਾਜ, ਤੁਹਾਡੇ ਅੰਦਰ ਹੀ ਹੈ ਖੁਸ਼ੀਆਂ ਦਾ ਰਾਜ। ਜਦੋਂ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਖੁਸ਼ੀ ਨਾਲ ਜੋੜਨਾ ਸਿੱਖ ਲਿਆ ਕਿ ਮੇਰੇ ਅੰਦਰ ਹੀ ਮੇਰਾ ਪਰਮ ਪਿਤਾ ਪ੍ਰਮਾਤਮਾ ਬੈਠਾ ਹੈ, ਮੈਂ ਹਰ ਵੇਲੇ ਮਨ ਨੂੰ ਉੱਥੇ ਲਾ ਕੇ ਰੱਖਣਾ ਹੈ। ਜਦੋਂ ਉੱਥੇ ਲਾ ਕੇ ਮਨ ਨੂੰ ਰੱਖਦੇ ਆ ਤਾਂ ਬਾਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੁਣ, ਇਨਸਾਨ ਦੇ ਜੀਵਨ 'ਚ ਸਦਾ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਸਮਝ ਰਹੇ ਹੋ ਸਾਡੀ ਗੱਲ? ਇਸ ਲਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਕਿਉਂਕਿ ਜੋ ਤੁਸੀਂ ਤਲਾਸ਼ ਕਰਨਾ ਮਿਲਣਾ ਤੁਹਾਨੂੰ ਉਹੀ ਹੈ। ਹੁਣ ਜਰਾ ਗੌਰ ਕਰੋ, ਇੱਕ ਬੰਦਾ ਬਾਜ਼ਾਰ ਜਾਂਦਾ ਹੈ, ਉਹ ਕੱਪੜੇ ਦੀ ਤਲਾਸ਼ ਕਰਦਾ ਕਿ ਮੈਨੂੰ ਆਹ ਰੰਗ ਦਾ ਕੱਪੜਾ ਮਿਲੇ, ਤੁਹਾਨੂੰ ਮਿਲਣਾ ਕਿ ਨਹੀਂ? ਤੁਸੀਂ ਪਲੈਨਿੰਗ ਕਰਕੇ ਜਾਂਦੇ ਹੋ ਨਾ, ਆਹ ਰੰਗ ਦਾ ਸੂਟ ਖਰੀਦਣਾ ਹੈ ਜਾਂ ਆਹ ਰੰਗ ਦੀ ਟੀ-ਸ਼ਰਟ ਖਰੀਦਣੀ ਹੈ, ਕੋਟ ਪੈਂਟ ਖਰੀਦਣਾ ਹੈ, ਤਾਂ ਜਦੋਂ ਇੱਕ ਦੁਕਾਨ ਤੇ ਨਾ ਮਿਲੇ ਦੂਜੀ ਤੇ ਜਾਂਦੇ ਆ, ਦੂਜੀ ਤੇ ਨਾ ਮਿਲੇ ਤੀਜੀ ਤੇ ਜਾਂਦੇ, ਫਿਰ ਜਦੋਂ ਮਿਲਦਾ ਹੈ ਤਾਂ ਲੈ ਕੇ ਘਰ ਆ ਜਾਂਦੇ ਆ। ਹੁਣ ਜਿਹੜਾ ਕੱਪੜਾ ਖਰੀਦਣ ਗਿਆ ਉਹਨਾਂ ਕੱਪੜੇ ਦੀ ਤਲਾਸ਼ ਕਰਕੇ ਆਣਾ ਹੈ, ਜਿਹੜਾ ਕੋਈ ਹੋਰ ਸਮਾਨ ਖਰੀਦਣ ਗਿਆ ਉਹਨਾਂ ਉਹ ਤਲਾਸ਼ ਕਰਕੇ ਆ ਜਾਣਾ ਹੈ। ਤੇ ਅਸੀਂ ਤੁਹਾਨੂੰ ਇਹੀ ਕਵਾਂਗੇ ਕਿ ਇਹ ਗੁਰੂ ਰਹਿਬਰ ਇਸ਼ਾਰਾ ਕਰਦੇ ਹੈ ਕਿ ਪਿਆਰਿਆ ਉਹੀ ਤੇਰੇ ਜੀਵਨ ਚ ਆਣਾ ਹੈ ਜਿਹੜੀ ਚੀਜ਼ ਦੀ ਤੂੰ
ਤਲਾਸ਼ ਕਰੇਗਾ। ਅੱਜ ਤੋਂ ਇੱਕ ਵਚਨ ਕਰੋ ਆਪਣੇ ਆਪ ਨਾਲ, ਜੇ ਚਾਹੁੰਦੇ ਹੋ ਜੀਵਨ 'ਚ ਖੁਸ਼ੀਆਂ ਆਣ, ਕਿਉਂਕਿ ਤੁਹਾਨੂੰ ਨੁਕਤਾ ਦੱਸਣ ਲੱਗੇ ਆ। ਚਾਹੁੰਦੇ ਆ ਜੀਵਨ 'ਚ ਖੁਸ਼ੀਆਂ ਆਣ, ਸ਼ਾਂਤੀ ਆਵੇ, ਤਾਂ ਫਿਰ ਅੱਜ ਤੋਂ ਵਚਨ ਕਰੋ ਆਪਣੇ ਆਪ ਨਾਲ ਕਿ ਅੱਜ ਤੋਂ ਮੈਂ ਚਾਹੁੰਦਾ ਹਾਂ ਮੇਰੇ ਜੀਵਨ 'ਚ ਖੁਸ਼ੀਆਂ ਆਣ, ਮੈਂ ਚਾਹੁੰਦਾ ਹਾਂ ਮੇਰੇ ਜੀਵਨ 'ਚ ਆਨੰਦ ਆਵੇ। ਇਸ ਲਈ ਅੱਜ ਤੋਂ ਮੈਂ ਵਚਨ ਕਰਦਾ ਹਾਂ ਆਪਣੇ ਨਾਲ ਕਿ ਹਰ ਜਗ੍ਹਾ ਮੈਂ ਖੁਸ਼ੀ ਦੀ ਤਲਾਸ਼ ਕਰਨੀ ਹੈ। ਸਮਝਦੇ ਹੋ ਕਿ ਨਹੀਂ? ਕਮੀ ਦੀ ਤਲਾਸ਼ ਨਹੀਂ ਕਰਨੀ। ਜਰਾ ਸਮਝਣਾ, ਜਿੱਦਾਂ ਕਈ ਵਾਰੇ ਹੁੰਦਾ ਨਾ, ਬੰਦਾ ਕਹਿੰਦਾ ਆਹ ਚੀਜ਼ 'ਚ ਕਮੀਆਂ ਕਿੰਨੀਆਂ ਹੈ ਉਹ ਲੱਭਾਂ, ਤੇ ਇੱਕ ਬੰਦਾ ਹੁੰਦਾ ਉਹ ਕਹਿੰਦਾ ਆਹ ਚੀਜ਼ 'ਚ ਖੂਬੀਆਂ ਕਿੰਨੀਆਂ ਹੈ ਉਹ ਲੱਭਾਂ। ਜਿਹੜਾ ਖੂਬੀਆਂ ਲੱਭੇਗਾ ਉਹ ਖੁਸ਼ ਹੋਏਗਾ, ਤਾਂ ਜਿਹੜਾ ਕਮੀਆਂ ਲੱਭੇਗਾ ਉਹ ਕੀ ਹੋਏਗਾ? ਦੁਖੀ। ਸਮਝਦੇ ਹੋ ਕਿ ਨਹੀਂ? ਹੁਣ ਜਰਾ ਬੰਦਾ ਸੋਚੇ ਕਿ ਆਹ ਮੇਰਾ ਬੱਚਾ ਹੈ, ਆਹ ਬੱਚੇ ਅੰਦਰ ਆਹ ਵੀ ਕਮੀ ਹੈ, ਆਹ ਵੀ ਕਮੀ ਹੈ, ਆਹ ਵੀ ਕਮੀ ਹੈ, ਤਾਂ ਬੰਦਾ ਦੁਖੀ। ਰੱਬਾ ਕਿੱਦਾਂ ਦਾ ਬੱਚਾ ਦਿੱਤਾ ਮੈਨੂੰ, ਕਮੀਆਂ ਹੀ ਕਮੀਆਂ। ਤਾਂ ਜੇ ਹੁਣ ਬੰਦਾ ਸੋਚੇ ਇਹਦੀਆਂ ਖੂਬੀਆਂ ਦੇਖਾਂ, ਤਾਂ ਯਾਦ ਰੱਖੋ, ਅਗਰ ਇਨਸਾਨ ਆਪਣੇ ਆਪ ਨੂੰ ਗੌਰ ਨਾ ਦੇਖੇ ਤਾਂ ਜਿੱਥੇ ਤੱਕ ਅਸੀਂ ਦੇਖਿਆ ਬੰਦੇ ਦੇ ਅੰਦਰ ਕਮੀਆਂ ਘੱਟ ਹੁੰਦੀਆਂ, ਖੂਬੀਆਂ ਜ਼ਿਆਦਾ ਹੁੰਦੀਆਂ ਹੈ। ਕਿਉਂਕਿ ਖੂਬੀਆਂ ਬਚਪਨ ਤੋਂ ਬੰਦਾ ਲੈ ਕੇ ਆਂਦਾ ਹੈ, ਕਮੀਆਂ ਤਾਂ ਬਾਅਦ ਚੋਂ ਜਿੱਦਾਂ ਦੀ ਸੰਗਤ ਮਿਲਦੀ ਹੈ ਉਦਾਂ ਦੀਆਂ ਉਹਦੇ ਅੰਦਰ ਪੈਦਾ ਹੋ ਜਾਂਦੀਆਂ। ਜਿੱਦਾਂ ਸਮਝ ਲਓ ਅੱਜ ਅਸੀਂ ਕਹਿੰਦੇ ਆ ਆਹ ਸਾਡਾ ਨੌਜਵਾਨ ਸ਼ਰਾਬੀ ਹੈ, ਇਹਦੇ ਅੰਦਰ ਕਮੀ ਹੈ, ਤਾਂ ਇਹ ਕਮੀ ਮਾਂ ਦੇ ਗਰਭ ਚੋਂ ਨਹੀਂ ਲੈ ਕੇ ਆਇਆ ਸੀ। ਬੁਰੀ ਸੰਗਤ ਕੀਤੀ, ਸ਼ਰਾਬੀਆਂ ਦੀ ਸੰਗਤ ਕੀਤੀ ਤਾਂ ਕਮੀ ਲੱਗ ਗਈ। ਹੁਣ ਜਿਹੜੀ ਕਮੀ ਬਾਹਰੋਂ ਲੱਗ ਸਕਦੀ ਹੈ ਉਹ ਹਟ ਵੀ ਸਕਦੀ ਹੈ। ਅੱਛਾਈਆਂ ਅਸੀਂ ਜਨਮ ਤੋਂ ਲੈ ਕੇ ਆਉਂਦੇ ਆ, ਕਿਉਂਕਿ ਅੱਛਾਈਆਂ ਦੇ ਦਾਤੇ ਨੇ ਸਾਨੂੰ ਪੈਦਾ ਕੀਤਾ ਹੈ। ਹੁਣ ਜਦੋਂ ਅਸੀਂ ਅੱਛਾਈ ਵੱਲ ਦੇਖਾਂਗੇ ਕਿ ਮੇਰੇ ਬੱਚੇ ਅੰਦਰ ਆਹ ਖੂਬੀ ਹੈ, ਆਹ ਵੀ ਖੂਬੀ ਹੈ, ਆਹ ਵੀ ਅੱਛਾਈ ਹੈ, ਤਾਂ ਫਿਰ ਸਾਡੇ ਅੰਦਰ ਕੀ ਪੈਦਾ ਹੋਏਗੀ? ਖੁਸ਼ੀ। ਸਮਝ ਰਹੇ ਹੋ ਕਿ ਨਹੀਂ? ਹੁਣ ਤੁਸੀਂ ਫਰਜ਼ ਕਰੋ ਪੰਡਾਲ 'ਚ ਬੈਠੇ ਆ, ਜੇ ਇੱਕ ਬੰਦਾ ਸੋਚੀ ਜਾਵੇ ਹਾਏ ਪੱਖਾ ਨਹੀਂ ਲੱਗਾ, ਗਰਮੀ ਬਹੁਤ ਹੈ, ਗਰਮੀ ਬਹੁਤ ਹੈ, ਤਾਂ ਉਹਦਾ ਧਿਆਨ ਗਰਮੀ ਵੱਲ ਜਾਣਾ, ਉਹਨੂੰ ਦੁਖੀ ਹੋਈ ਜਾਣਾ ਹੈ। ਤਾਂ ਦੂਜਾ ਬੰਦਾ ਸੋਚੇ ਉਹ ਮੈਨੂੰ ਪੱਖਿਆਂ ਦੀ ਕੂਲਰਾਂ ਦੀ ਜ਼ਰੂਰਤ ਕੀ ਹੈ, ਜਦ ਮੇਰੇ ਸਾਹਮਣੇ ਮੇਰਾ ਮਾਲਿਕ ਬੈਠਾ ਹੈ ਤਾਂ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ, ਕਿਉਂਕਿ ਇੱਥੇ ਹੀ ਮੇਰਾ ਸਭ ਕੁਝ ਪੂਰਾ ਹੋ ਜਾਂਦਾ ਹੈ। ਸਮਝਣਾ ਜ਼ਰਾ ਸਾਰੇ। ਜਿੱਦਾਂ ਬੁੱਲੇ ਸ਼ਾਹ ਕਹਿੰਦੇ ਨਾ, ਚਾਹੇ ਹੋਇਆ ਹਨੇਰਾ ਹੈ ਬੁੱਲੇ ਸ਼ਾਹ ਨੂੰ ਡਰ ਕੋਈ ਨਾ, ਚੰਦ ਮੁਰਸ਼ਦ ਮੇਰਾ ਹੈ। ਸੋ ਬੁੱਲੇ ਸ਼ਾਹ ਕਹਿੰਦੇ ਜਦੋਂ ਸਤਿਗੁਰ ਦੇ ਸਾਹਮਣੇ ਬਹਿ ਗਏ ਤਾਂ ਫਿਰ ਬਾਹਰ ਦੀ ਫਿਕਰ ਰਹਿੰਦੀ ਨਹੀਂ ਕਿ ਅੰਧੇਰਾ ਹੈ ਜਾਂ ਉਜਾਲਾ ਹੈ, ਰਾਤ ਹੈ ਜਾਂ ਦਿਨ ਹੈ, ਕਿਉਂਕਿ ਪਤਾ ਪ੍ਰਕਾਸ਼ ਕਰਨ ਵਾਲਾ ਉਹ ਮੇਰਾ ਮੁਰਸ਼ਦ, ਮੇਰਾ ਸਤਿਗੁਰ ਮੇਰੇ ਨਾਲ ਹੈ। ਹੁਣ ਜਿਹਨੇ ਖੁਸ਼ੀ ਲੱਭਣੀ ਹੈ ਉਹ ਹਰ ਚੀਜ਼ ਚੋਂ ਖੁਸ਼ੀ ਲੱਭਦਾ ਹੈ। ਇਸ ਲਈ ਅੱਜ ਵਚਨ ਕਰੋ ਸਾਡੇ ਨਾਲ ਕਿ ਤੁਸੀਂ ਘਰ ਜਾ ਕੇ ਰਸਤੇ 'ਚ ਜਿਹੜਾ ਵੀ ਮਿਲੇ ਨਾ, ਜਦੋਂ ਵੀ ਕਿਸੇ ਨੂੰ ਦੇਖਣਾ ਹੈ ਤਾਂ ਉਹਦੀ ਕਮੀ ਨਹੀਂ ਦੇਖਣੀ, ਉਹਦੇ ਅੰਦਰ ਖੁਸ਼ੀ ਤਲਾਸ਼ ਕਰਨੀ ਹੈ, ਖੂਬੀ ਤਲਾਸ਼ ਕਰਨੀ ਹੈ, ਇਹਦੇ ਅੰਦਰ ਅੱਛਾਈ ਕੀ ਹੈ। ਜੇ ਤੁਸੀਂ ਘਰ ਜਾ ਕੇ ਖਾਣਾ ਖਾਂਦੇ ਹੋ ਤਾਂ ਖਾਣੇ 'ਚ ਕਮੀ ਲੱਭਣ ਦੀ ਬਜਾਏ ਅੱਛਾਈ ਲੱਭੋ। ਆਪਣੇ ਬੱਚਿਆਂ ਦੇ ਅੰਦਰ ਅੱਛਾਈ ਦੇਖਣ ਦੀ ਕੋਸ਼ਿਸ਼ ਕਰੋ, ਆਪਣੀ ਪਤਨੀ ਅੰਦਰ, ਆਪਣੇ ਪਤੀ ਅੰਦਰ ਅੱਛਾਈ ਦੇਖਣ ਦੀ ਕੋਸ਼ਿਸ਼ ਕਰੋ। ਠੀਕ ਹੈ, ਪਤੀ ਜੇ ਸ਼ਰਾਬੀ ਹੈ, ਉਹ ਸ਼ਰਾਬ ਪੀਂਦਾ, ਇੱਕ ਕਮੀ ਹੈ, ਕੁਝ ਅੱਛਾਈਆਂ ਵੀ ਤਾਂ ਹੋਣਗੀਆਂ। ਅੱਛਾਈ ਦੇਖਣ ਦੀ ਕੋਸ਼ਿਸ਼ ਕਰੋ, ਉਹਦੀ ਖੂਬੀ ਦੇਖਣ ਦੀ ਕੋਸ਼ਿਸ਼ ਕਰੋ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਕਿਉਂਕਿ ਇੱਕ ਫਕੀਰ ਹੋਏ ਹੈ ਜਿਹਦਾ ਨਾਮ ਸੀ ਹਜ਼ਰਤ ਕਰਮਾਨੀ। ਇਹ ਫਕੀਰ ਬੜੀ ਕਰਾਮਾਤ ਵਾਲੇ ਸੀ, ਬੜੀ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਸੀ। ਇਹਨਾਂ ਦਾ ਨਾਮ ਸੀ ਕਰਮਾਨੀ, ਹਜ਼ਰਤ ਕਰਮਾਨੀ ਕਿਹਾ ਜਾਂਦਾ ਸੀ ਇਹਨਾਂ ਨੂੰ, ਇਹਨਾਂ ਫਕੀਰਾਂ ਨੂੰ। ਇੱਕ ਦਿਨ ਇੱਕ ਦੂਰ ਦੇਸ਼ ਤੋਂ ਇੱਕ ਨੌਜਵਾਨ ਜਿਹੜਾ ਕਿ ਮੁਰਸ਼ਿਦ ਧਾਰਨ ਕਰਨਾ ਚਾਹੁੰਦਾ ਸੀ, ਗੁਰੂ ਬਣਾਉਣਾ ਚਾਹੁੰਦਾ ਸੀ, ਉਹਨੂੰ ਪਤਾ ਲੱਗਾ ਕਿ ਹਜ਼ਰਤ ਕਰਮਾਨੀ ਬਹੁਤ ਬੜੇ ਫਕੀਰ ਹੈ ਤੇ ਉਹਨਾਂ ਨੂੰ ਜਾ ਕੇ ਆਪਣਾ ਗੁਰੂ ਬਣਾਵਾਂ। ਇਸ ਲਈ ਕਹਿੰਦੇ ਉਹ ਯਾਤਰਾ ਕਰਦਾ ਕਰਦਾ ਇਹ ਫਕੀਰ ਦੇ ਘਰ ਪਹੁੰਚ ਗਿਆ। ਕੁਦਰਤੀ ਉਸ ਵੇਲੇ ਫਕੀਰ ਘਰ ਨਹੀਂ ਸੀ, ਉਹ ਜੰਗਲ ਨੂੰ ਗਏ ਹੋਏ ਸੀ। ਘਰ ਨਹੀਂ ਸੀ, ਉਹ ਜੰਗਲ ਦੀ ਤਰਫ ਗਏ ਸੀ, ਇਬਾਦਤ ਦੀ ਤਰਫ। ਕਿਉਂਕਿ ਫਕੀਰ ਕਈ ਵਾਰ ਘਰੋਂ ਨਿਕਲ ਜਾਂਦੇ ਕਿ ਸ਼ਾਂਤ ਹੋ ਕੇ ਕਿਸੇ ਪੇੜ ਥੱਲੇ ਬਹਿ ਕੇ ਰੱਬ ਦੀ ਬੰਦਗੀ ਕਰਦੇ। ਹੁਣ ਜਿਸ ਵੇਲੇ ਨੌਜਵਾਨ ਘਰ ਪਹੁੰਚਿਆ, ਬੜੀ ਦੂਰੋਂ ਆਇਆ ਸੀ ਆਸ ਉਮੀਦ ਨਾਲ ਕਿ ਮੈਨੂੰ ਫਕੀਰਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ ਔਰ ਮੈਂ ਇਹਨਾਂ ਨੂੰ ਆਪਣਾ ਗੁਰੂ ਬਣਾਉਂਗਾ। ਜਦੋਂ ਘਰ ਦਾ ਦਰਵਾਜ਼ਾ ਖੜਕਾਇਆ, ਘਰ ਦਾ ਦਰਵਾਜ਼ਾ ਜਦੋਂ ਖੜਕਾਇਆ ਤਾਂ ਉਸ ਵੇਲੇ ਘਰ ਦੇ ਅੰਦਰੋਂ ਉਹ ਫਕੀਰਾਂ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਿਹੜੀ ਫਕੀਰਾਂ ਦੀ ਪਤਨੀ ਸੀ ਨਾ ਹਜ਼ਰਤ ਕਰਮਾਨੀ ਦੀ, ਉਹ ਬੜੀ ਸਖਤ ਸੁਭਾਅ ਦੀ ਸੀ, ਬੜੀ ਗੁਸੈਲੂ ਸੀ, ਯਾਨੀ ਗੁੱਸੇ 'ਚ ਹਮੇਸ਼ਾ ਰਹਿੰਦੀ ਸੀ। ਜਿੱਦਾਂ ਤੁਸੀਂ ਸ਼ੁਕਰਾਤ ਬਾਰੇ ਵੀ ਸੁਣਿਆ ਹੋਣਾ ਹੈ ਕਿ ਯੂਨਾਨ ਦੇ ਅੰਦਰ ਬਹੁਤ ਬੜੇ ਦਾਰਸ਼ਨਿਕ ਸੀ, ਸੰਤ ਸੀ, ਜਿਨ੍ਹਾਂ ਦਾ ਨਾਮ ਸ਼ੁਕਰਾਤ ਸੀ। ਕਹਿੰਦੇ ਸ਼ੁਕਰਾਤ ਦੀ ਪਤਨੀ ਵੀ ਬੜੀ ਗੁੱਸੇਖੋਰ ਸੀ। ਇੱਕ ਦਿਨ ਸ਼ੁਕਰਾਤ ਬੈਠੇ ਹੋਏ ਆਪਣੇ ਸੇਵਕਾਂ ਨੂੰ ਸਮਝਾ ਰਹੇ ਹੈ, ਪਤਨੀ ਨੇ ਕੋਈ ਗੱਲ ਕਹੀ ਪਰ ਉਹਨਾਂ ਦਾ ਧਿਆਨ ਸਮਝਾਉਣ ਵੱਲ ਸੀ, ਉਧਰ ਸੁਣਿਆ ਨਹੀਂ।
ਉਹਨੇ ਫਿਰ ਦੂਜੀ ਵਾਰ ਕਿਹਾ, ਪਰ ਉਹ ਸਮਝਾ ਰਹੇ ਸੀ। ਤੀਜੀ ਵਾਰ ਤਾਂ ਗੁੱਸੇ 'ਚ ਆਈ, ਪਾਣੀ ਦੀ ਬਾਲਟੀ ਲਿਆ ਕੇ ਉਹਨਾਂ ਨੇ ਉਹਦੇ ਸਿਰ ਪਾਤੀ, ਯਾਨੀ ਸੁਕਰਾਤ ਦੇ ਸਿਰ 'ਚ ਪਾ ਦਿੱਤੀ। ਸੇਵਕਾਂ ਨੂੰ ਬੜਾ ਗੁੱਸਾ ਆਇਆ ਕਿ ਸਾਡੇ ਮੁਰਸ਼ਦ ਦਾ ਇੰਨਾ ਅਪਮਾਨ, ਸਾਡੇ ਗੁਰੂ ਦਾ ਇੰਨਾ ਅਪਮਾਨ। ਜਦੋਂ ਸੇਵਕਾਂ ਨੂੰ ਗੁੱਸੇ 'ਚ ਦੇਖਿਆ ਤਾਂ ਸੁਕਰਾਤ ਹੱਸ ਕੇ ਕਹਿਣ ਲੱਗੇ, ਗੁੱਸਾ ਨਾ ਕਰੋ, ਕਿਉਂਕਿ ਤੁਸੀਂ ਸੁਣਿਆ ਸੀ ਜੋ ਗਰਜਤੇ ਆ ਉਹ ਵਰਸਤੇ ਨਹੀਂ, ਪਰ ਇੱਥੇ ਦੇਖ ਲਓ ਜੇ ਗਰਜਦੇ ਉਹ ਵਰਸ ਵੀ ਪੈਂਦੇ ਆ। ਉਹਨਾਂ ਨੇ ਗੱਲ ਫਿਰ ਹਾਸੇ ਵੱਲ ਲੈ ਦਿੱਤੀ, ਉਹ ਫਿਰ ਆਨੰਦ ਵਿੱਚ ਰਹਿੰਦੇ ਸੀ। ਤਾਂ ਉਸ ਵੇਲੇ ਸੇਵਕਾਂ ਨੇ ਕਿਹਾ, ਮਹਾਰਾਜ ਤੁਹਾਨੂੰ ਤਕਲੀਫ ਨਹੀਂ ਹੁੰਦੀ ਕਿ ਇੰਨਾ ਤੁਹਾਨੂੰ ਅਨਾਦਰ ਮਿਲਦਾ ਹੈ, ਇੰਨੀ ਤੁਹਾਡੇ ਨਾਲ ਬੁਰੇ ਹਾਲਾਤ ਹੁੰਦੇ ਆ, ਤੁਹਾਨੂੰ ਬੁਰਾ ਬੋਲਿਆ ਜਾਂਦਾ, ਤੁਹਾਨੂੰ ਤਕਲੀਫ ਨਹੀਂ ਹੁੰਦੀ? ਤਾਂ ਸ਼ੁਕਰਾਤ ਕਹਿੰਦੇ, ਨਹੀਂ, ਮੈਂ ਆਪਣੇ ਅੰਦਰ ਉਸ ਅਵਸਥਾ ਤੱਕ ਪਹੁੰਚ ਚੁੱਕਾ ਜਿੱਥੇ ਹੁਣ ਬਾਹਰਲੇ ਹਾਲਾਤਾਂ ਦਾ ਮੇਰੇ ਤੇ ਕੋਈ ਅਸਰ ਹੁੰਦਾ ਨਹੀਂ, ਬਲਕਿ ਮੈਂ ਇਹਦਾ ਵੀ ਧੰਨਵਾਦ ਕਰਦਾ ਹਾਂ, ਕਿਉਂਕਿ ਇਹ ਮੈਨੂੰ ਚੈੱਕ ਕਰਦੀ ਰਹਿੰਦੀ ਹੈ ਤਾਂ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਮੇਰੇ ਅੰਦਰ ਸੱਚੀ ਸ਼ਾਂਤੀ ਪੈਦਾ ਹੋਈ ਹੈ ਜਾਂ ਨਹੀਂ। ਹੁਣ ਜ਼ਰਾ ਸੋਚੋ, ਤੁਸੀਂ ਘਰ 'ਚ ਇਕੱਲੇ ਬੈਠੇ ਹੋ, ਸ਼ਾਂਤ ਹੋ, ਕੋਈ ਆ ਕੇ ਬੁਰਾ ਬੋਲੇ, ਤੁਹਾਨੂੰ ਗੁੱਸਾ ਆ ਜਾਵੇ, ਤੇ ਇਹਦਾ ਮਤਲਬ ਸ਼ਾਂਤੀ ਬਾਹਰਲੀ ਸੀ, ਅੰਦਰ ਤਾਂ ਹਲੇ ਸ਼ਾਂਤੀ ਆਈ ਨਹੀਂ। ਪਰ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋ ਜਾਂਦੇ ਹੋ ਤਾਂ ਬਾਹਰੋਂ ਕੋਈ ਆ ਕੇ ਤੁਹਾਨੂੰ ਬੋਲੇ ਵੀ ਤਾਂ ਤੁਸੀਂ ਸ਼ਾਂਤ ਰਹਿ ਜਾਂਦੇ ਹੋ, ਫਿਰ ਤੁਹਾਡੇ ਤੇ ਉਹਦੀਆਂ ਗੱਲਾਂ ਦਾ ਅਸਰ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਤੁਹਾਡੀ ਸੱਚੀ ਸ਼ਾਂਤੀ। ਸਮਝ ਆ ਰਹੀ ਹੈ? ਹੁਣ ਏਦਾਂ ਹੀ ਹਜ਼ਰਤ ਕਰਮਾਨੀ ਦੀ ਇੱਕ ਜੀਵਨ ਦੀ ਗੱਲ ਹੈ ਕਿ ਜਦੋਂ ਇਹ ਨੌਜਵਾਨ ਨੇ ਦਰਵਾਜ਼ਾ ਖੜਕਾਇਆ ਤਾਂ ਹਜ਼ਰਤ ਕਰਮਾਨੀ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਬੜੀ ਕੋੜੇ ਸੁਭਾਅ ਦੀ ਸੀ, ਗੁੱਸੇ ਵਾਲੀ ਸੀ। ਜਦੋਂ ਦਰਵਾਜ਼ਾ ਖੜਕਾ ਕੇ ਪੁੱਛਿਆ ਕਿ ਮੈਂ ਉਹਨਾਂ ਫਕੀਰਾਂ ਨੂੰ ਮਿਲਣ ਆਇਆ ਹਾਂ, ਉਹਨਾਂ ਨੂੰ ਮੈਂ ਆਪਣਾ ਗੁਰੂ ਬਣਾਉਣਾ ਹੈ, ਕਿੱਥੇ ਆ ਉਹ, ਉਹਨਾਂ ਦੇ ਦਰਸ਼ਨ ਕਰਨੇ ਆ। ਕਹਿੰਦੀ, ਕਿਹੜੇ ਫਕੀਰ? ਕੌਣ ਫਕੀਰ? ਉਹ ਕੋਈ ਫਕੀਰ ਹੈ? ਤੈਨੂੰ ਕੌਣ ਕਹਿੰਦਾ ਉਹ ਫਕੀਰ ਹੈ? ਉਹਨਾਂ ਨੂੰ ਗੁਰੂ ਬਣਾਉਣਾ ਹੈ, ਉਹਨਾਂ ਦੇ ਅੰਦਰ ਕਿਹੜਾ ਇਦਾਂ ਦਾ ਗੁਣ ਹੈ ਜਿਹਨੂੰ ਗੁਰੂ ਬਣਾਵੇਂ? ਯਾਨੀ ਪਤਨੀ ਨੇ ਚੰਗੀਆਂ ਬੁਰੀਆਂ ਭਲੀਆਂ ਗੱਲਾਂ ਸੁਣਾਈਆਂ ਕਿ ਨਾ ਉਹ ਕੋਈ ਕੰਮ ਕਰਦੇ ਨਾ ਕਾਰ ਕਰਦੇ, ਹਰ ਵੇਲੇ ਵਿਹਲੇ ਬੈਠੇ ਰਹਿੰਦੇ, ਉਹ ਕਾਹਦਾ ਫਕੀਰ? ਜਾ ਆਪਣਾ ਟਾਈਮ ਨਾ ਖਰਾਬ, ਚਲਾ ਜਾ। ਇਹਦੇ ਮਨ 'ਚ ਤਾਂ ਹੋਇਆ, ਹੈ ਐਡੀ ਦੂਰੋਂ ਮੈਂ ਆਇਆ ਲੰਬਾ ਸਫ਼ਰ ਕਰਕੇ, ਕਿਉਂਕਿ ਅੱਜ ਕੱਲ੍ਹ ਤਾਂ ਬੰਦਾ ਗੱਡੀਆਂ 'ਚ ਜਾਂਦਾ ਹੈ, ਘੰਟੇ 'ਚ ਪਹੁੰਚ ਜਾਂਦਾ, ਤਾਂ ਬੰਦਾ ਕਹਿੰਦਾ ਜੀ ਦੂਰੋਂ ਆਇਆ ਹੈ, ਕਿਤੇ ਦਰਸ਼ਨ ਹੋ ਜਾਣ। ਪਰ ਉਹ ਤਾਂ ਆਏ ਵਿਚਾਰਾ ਪੈਦਲ ਸਫ਼ਰ ਲੰਬਾ ਕਰਕੇ ਦੂਰ ਦੇਸ਼ ਤੋਂ। ਉਹਦੇ ਮਨ 'ਚ ਆਇਆ, ਜਿਨ੍ਹਾਂ ਬਾਰੇ ਇੰਨਾ ਸੁਣਿਆ ਉਹਨਾਂ ਦੀ ਪਤਨੀ ਤਾਂ ਆਹ ਗੱਲ ਕਹਿ ਰਹੀ ਹੈ, ਇਹਦਾ ਮਤਲਬ ਝੂਠੇ ਹੈ, ਉਹਨਾਂ ਦੇ ਪੱਲੇ ਕੁਛ ਵੀ ਨਹੀਂ ਹੈ, ਨਹੀਂ ਮੈਂ ਆਪਣਾ ਟਾਈਮ ਖਰਾਬ ਕੀਤਾ, ਐਵੇਂ ਐਡੀ ਦੂਰ ਆਇਆ। ਹਾਲੇ ਮਨ 'ਚ ਸੋਚ ਹੀ ਰਿਹਾ ਸੀ ਕਿ ਅੰਦਰੋਂ ਫਿਰ ਆਵਾਜ਼ ਆਈ ਕਿ ਹੁਣ ਐਡੀ ਦੂਰ ਆਈ ਗਿਆ ਤੇ ਇੱਕ ਵਾਰੀ ਮਿਲ ਹੀ ਲਈਏ। ਹੁਣ ਐਡੀ ਦੂਰ ਆਈ ਗਿਆ ਤੇ ਇੱਕ ਵਾਰ ਮਿਲਣ 'ਚ ਕੀ ਹਰਜ ਹੈ? ਇਹਨਾਂ ਫਿਰ ਹੱਥ ਜੋੜੇ ਕੇ ਮੰਨ, ਚਲੋ ਠੀਕ ਹੈ, ਮੈਂ ਨਹੀਂ ਗੁਰੂ ਬਣਾਉਂਦਾ ਉਹਨਾਂ ਨੂੰ, ਪਰ ਦੱਸ ਤਾਂ ਦੋ ਹੈ ਕਿੱਥੇ ਉਹ? ਕਹਿੰਦੀ, ਗਿਆ ਹੁਣ ਇੱਧਰ ਜੰਗਲ ਵੱਲ ਗਿਆ, ਜੰਗਲ 'ਚ ਪੇੜ ਆ, ਉਹਦੇ ਥੱਲੇ ਬੈਠਾ ਰਹਿੰਦਾ ਜਾ ਕੇ। ਹੁਣ ਇਹ ਨੌਜਵਾਨ ਉੱਧਰ ਚਲਾ ਗਿਆ ਕਿ ਐਡੀ ਦੂਰੋਂ ਆਇਆ ਤੇ ਇੱਕ ਵਾਰ ਮਿਲ ਤਾਂ ਲਵਾਂ। ਜਦੋਂ ਉੱਥੇ ਪਹੁੰਚਿਆ ਪਰ ਮਨ 'ਚ ਸੋਚਦਾ ਗਿਆ ਕਿ ਜਿਹਨਾਂ ਦੀ ਪਤਨੀ ਉਹਨਾਂ ਬਾਰੇ ਇਦਾਂ ਕਹਿੰਦੀ ਹੈ ਤਾਂ ਉਹਨਾਂ ਅੰਦਰ ਕੀ ਗੁਣ ਹੋਏਗਾ, ਉਹਨਾਂ ਅੰਦਰ ਕੀ ਖੂਬੀ ਹੋਏਗੀ, ਕਿਉਂਕਿ ਆਪਣਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਬੜਾ ਮਨ ਦੇ ਵਿੱਚ ਉਹਦੇ ਹੈ ਕਿ ਮੇਰਾ ਆਣਾ ਵਿਅਰਥ ਗਿਆ, ਹੁਣ ਮੈਨੂੰ ਫਿਰ ਗੁਰੂ ਦੀ ਤਲਾਸ਼ ਕਰਨੀ ਪੈਣੀ ਹੈ। ਬੜੀ ਉਮੀਦ ਨਾਲ ਆਇਆ ਸੀ, ਸੱਚੇ ਗੁਰੂ ਹੋਣਗੇ, ਮਿਲ ਜਾਣਗੇ। ਹਾਲੇ ਸੋਚਾਂ ਸੋਚਦੇ ਉਹਨਾਂ ਦੀ ਤਰਫ ਜਾ ਰਿਹਾ ਹੈ। ਜਦੋਂ ਜੰਗਲ ਦੀ ਤਰਫ ਗਿਆ ਤਾਂ ਕੀ ਦੇਖਿਆ? ਹੈਰਾਨ ਰਹਿ ਗਿਆ ਦੇਖ ਕੇ ਕਿ ਸਾਹਮਣੇ ਇੱਕ ਫਕੀਰ ਹੈ, ਉਹ ਸ਼ੇਰਾਂ ਦੇ ਨਾਲ ਖੇਡ ਰਿਹਾ ਹੈ। ਯਾਨੀ ਜੰਗਲ ਦੇ ਵਿੱਚ ਕੋਈ ਸ਼ੇਰ ਹੈ, ਬੱਬਰ ਸ਼ੇਰ, ਜਿਨ੍ਹਾਂ ਨਾਲ ਉਹ ਫਕੀਰ ਇਦਾਂ ਖੇਡਦੇ ਜਿੱਦਾਂ ਕੁੱਤੇ ਖੇਡਦੇ ਹੈ। ਕਦੀ ਸ਼ੇਰ ਦੇ ਉੱਪਰ ਬਹਿ ਜਾਂਦਾ ਹੈ, ਕਦੀ ਸ਼ੇਰ ਉਹਦੇ ਪੈਰਾਂ 'ਚ ਲੋਟ-ਪੋਟ ਹੁੰਦਾ ਹੈ, ਕਦੀ ਉਹ ਸ਼ੇਰ ਦੇ ਬਾਲਾਂ 'ਚ ਹੱਥ ਫੇਰਦਾ ਹੈ। ਉਹ ਫਕੀਰ ਸ਼ੇਰਾਂ ਨਾਲ ਖੇਡ ਰਿਹਾ ਹੈ। ਹੈਰਾਨ ਰਹਿ ਗਿਆ ਕਿ ਇਹ ਕੌਣ ਹੈ? ਇਹ ਮੇਰਾ ਗੁਰੂ ਬਣਨ ਦੇ ਲਾਇਕ ਹੈ, ਮੈਂ ਤਾਂ ਐਵੇਂ ਕਰਮਾਨੀ ਕਰਦਾ ਆ ਗਿਆ। ਉਹਦੀ ਪਤਨੀ ਤਾਂ ਕਹਿੰਦੀ ਉਹਦੇ ਪੱਲੇ ਕੁਛ ਹੈ ਨਹੀਂ, ਆਹ ਫਕੀਰ ਕੌਣ ਹੈ? ਚਲੋ ਮੇਰਾ ਆਣਾ ਸਫਲ ਹੋ ਗਿਆ ਕਿ ਆਹ ਫਕੀਰ ਜਿਹੜਾ ਸ਼ੇਰਾਂ ਨੂੰ ਕੰਟਰੋਲ ਕਰ ਸਕਦਾ ਹੈ, ਸ਼ੇਰਾਂ ਨਾਲ ਖੇਡ ਸਕਦਾ ਹੈ, ਇਹ ਮੇਰਾ ਗੁਰੂ ਬਣਨ ਦੇ ਲਾਇਕ ਹੈ, ਇਹਨੂੰ ਗੁਰੂ ਬਣਾਵਾਂ ਮੈਂ। ਕਹਿੰਦੇ ਉਹ ਗਿਆ ਉਹਨਾਂ ਫਕੀਰਾਂ ਕੋਲ ਤਾਂ ਹੁਣ ਭੁੱਲ ਹੀ ਗਿਆ ਕਿ ਮੈਂ ਹਜ਼ਰਤ ਕਰਮਾਨੀ ਨੂੰ ਮਿਲਣ ਆਇਆ ਸੀ। ਉਹ ਆ ਕੇ ਫਕੀਰਾਂ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡਾ ਨਾਮ ਕੀ ਹੈ? ਮੈਂ ਤੁਹਾਨੂੰ ਦੇਖਿਆ ਤੁਸੀਂ ਸ਼ੇਰਾਂ ਨਾਲ ਖੇਡ ਰਹੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਤੁਹਾਡਾ ਨਾਮ ਕੀ ਹੈ? ਤਾਂ ਉਸ ਲਈ ਉਹ ਫਕੀਰ ਨੇ ਕਿਹਾ, ਮੇਰਾ ਨਾਮ ਕਰਮਾਨੀ ਹੈ, ਲੋਕ ਮੈਨੂੰ ਕਰਮਾਨੀ। ਉਹ ਕਹਿੰਦਾ, ਤੁਸੀਂ ਹੋ ਉਹ ਫਕੀਰ ਜਿਨ੍ਹਾਂ ਦੀ ਤਲਾਸ਼ 'ਚ ਮੈਂ ਆਇਆ? ਪਰ ਮੈਂ ਤੁਹਾਡੇ ਘਰ ਗਿਆ ਸੀ, ਉੱਥੇ ਤਾਂ ਤੁਹਾਡੀ ਪਤਨੀ ਨੇ ਇੰਨਾ ਬੁਰਾ ਭਲਾ ਬੋਲਿਆ ਜਿੱਦਾਂ ਤੁਹਾਡੇ ਪੱਲੇ ਹੁੰਦਾ ਹੀ ਕੁਛ ਨਹੀਂ। ਪਰ ਮੈਂ ਤਾਂ ਦੇਖ ਰਿਹਾ ਕਿ ਜਿਹੜਾ ਸ਼ੇਰਾਂ ਨੂੰ ਕੰਟਰੋਲ ਕਰ ਸਕਦਾ ਹੈ, ਇਹ ਕੋਈ ਛੋਟੀ ਤਾਕਤ ਨਹੀਂ ਹੈ, ਇਹ ਬਹੁਤ ਬੜੀ ਤਾਕਤ ਹੈ। ਕਿਉਂਕਿ ਹਰ ਪਸ਼ੂ ਪੰਛੀ, ਹਰ ਜਾਨਵਰ ਉਦੋਂ ਕਾਬੂ ਆਉਂਦਾ ਜਦੋਂ ਬੰਦੇ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਹੋਵੇ, ਕਿਉਂਕਿ ਫੇਰ ਹੀ ਤਾਂ ਉਹਨੂੰ ਰੱਬ ਦੀ ਤਾਕਤ ਮਿਲਦੀ ਹੈ। ਸੋ ਮਹਾਰਾਜ ਤੁਸੀਂ ਇੱਥੇ ਸ਼ੇਰਾਂ ਨੂੰ ਕੰਟਰੋਲ ਕਰੀ ਜਾਂਦੇ ਹੋ, ਉੱਥੇ ਤੁਹਾਡੀ ਪਤਨੀ ਇੰਨਾ ਤੁਹਾਨੂੰ ਬੋਲਦੀ ਹੈ, ਤਾਂ ਕੀ ਤੁਹਾਡੇ ਤੋਂ ਆਪਣੀ ਪਤਨੀ ਕੰਟਰੋਲ ਨਹੀਂ ਹੁੰਦੀ? ਜਰਾ ਸਮਝਣਾ ਸਾਰਿਆਂ ਨੇ। ਤਾਂ ਹਜ਼ਰਤ ਕਰਮਾਨੀ ਕਹਿੰਦੇ, ਬੁਰਾ ਨਾ ਬੋਲ, ਉਹਨੂੰ ਬੁਰਾ ਨਾ ਬੋਲ, ਬਲਕਿ ਅੱਜ ਉਹਦੇ ਕਰਕੇ ਹੀ ਮੈਨੂੰ ਇਹ ਸ਼ਕਤੀ ਮਿਲੀ ਹੈ ਕਿ ਮੈਂ ਇਸ ਮੁਕਾਮ ਤੇ ਪਹੁੰਚਾ ਹਾਂ, ਉਹਦੇ ਕਰਕੇ ਮੈਨੂੰ ਇਹ ਸ਼ਕਤੀ ਮਿਲੀ ਹੈ। ਉਹ ਕਹਿੰਦਾ, ਮਹਾਰਾਜ ਮੈਂ ਸਮਝਿਆ ਨਹੀਂ, ਉਹ ਇੰਨੀ ਗੁਸੈਲੂ
ਇੰਨੇ ਅਪਸ਼ਬਦ ਤੁਹਾਨੂੰ ਬੋਲਦੀ ਹੈ, ਉਹਦੇ ਕਰਕੇ ਤੁਸੀਂ ਇੱਥੇ ਕਿੱਦਾਂ ਪਹੁੰਚੇ, ਐਡੀ ਉੱਚੀ ਪਦਵੀ ਕਿੱਦਾਂ ਮਿਲੀ, ਉਹਦੇ ਕਰਕੇ ਕਿੱਦਾਂ। ਕਰਮਾਨੀ ਕਹਿੰਦੇ ਉਹ ਇਦਾਂ, ਉਹ ਗੁੱਸੇ 'ਚ ਬੋਲਦੀ ਰਹਿੰਦੀ ਹੈ ਤਾਂ ਮੈਂ ਸ਼ਾਂਤ ਹੋ ਕੇ ਆਪਣੇ ਰੱਬ ਦਾ ਸਿਮਰਨ ਕਰਦਾ ਰਹਿੰਦਾ ਹਾਂ। ਤਾਂ ਇੱਕ ਦਿਨ ਮੇਰੇ ਰੱਬ ਨੇ ਕਿਹਾ, ਕਰਮਾਨੀ ਉਹ ਇੰਨਾ ਬੁਰਾ ਤੈਨੂੰ ਬੋਲਦੀ ਹੈ ਪਰ ਫਿਰ ਵੀ ਤੂੰ ਖੁਸ਼ ਰਹਿੰਦਾ ਹੈ, ਤੇਰੀ ਇਹ ਅਦਾ ਤੋਂ ਮੈਨੂੰ ਬੜੀ ਖੁਸ਼ੀ ਹੋਈ, ਅੱਜ ਤੋਂ ਮੈਂ ਤੇਰਾ ਤਾਂ ਤੂੰ ਮੇਰਾ। ਕਹਿੰਦੇ ਮੇਰੀ ਇਸੇ ਗੱਲ ਤੋਂ ਰੱਬ ਨੇ ਖੁਸ਼ ਹੋ ਕੇ ਮੈਨੂੰ ਗੱਲ ਨਾਲ ਲਾ ਲਿਆ। ਹੁਣ ਜਰਾ ਤੁਸੀਂ ਸੋਚੋ, ਕਿਉਂਕਿ ਕਹਿੰਦੇ ਨਾ ਉਹ ਰੱਬ ਦਾ ਕੀ ਪਤਾ ਕਿਹੜੀ ਅਦਾ ਉਹਨੂੰ ਪਸੰਦ ਆਣੀ, ਤਾਂ ਉਹਨਾਂ ਕਹਿਣਾ ਹੈ ਅੱਜ ਤੋਂ ਤੂੰ ਮੇਰਾ ਤਾਂ ਮੈਂ ਤੇਰਾ। ਹੁਣ ਬੰਦਾ ਸੋਚੇ ਜਰਾ ਕਿ ਮੇਰੇ 'ਚ ਕੰਟਰੋਲ ਹੈ ਜਾਂ ਨਹੀਂ। ਅਗਰ ਕੋਈ ਮੈਨੂੰ ਬੁਰਾ ਬੋਲਦਾ ਹੈ ਕਿ ਮੈਂ ਸ਼ਾਂਤ ਰਹਿੰਦਾ ਕਿ ਨਹੀਂ, ਜੇ ਗੁੱਸਾ ਵੀ ਆਵੇ ਤਾਂ ਕਮ ਸੇ ਕਮ ਰੱਬ ਦੀ ਖਾਤਰ ਹੀ, ਕਿ ਮੈਂ ਆਪਣੇ ਰੱਬ ਦੀ ਖਾਤਰ ਖੁਸ਼ ਰਹਿਣਾ, ਸ਼ਾਂਤ ਰਹਿਣਾ ਹੈ। ਕਹਿੰਦੇ ਉਹਦੀ ਵਜ੍ਹਾ ਨਾਲ ਹੀ ਮੈਨੂੰ ਇਹ ਮੰਜ਼ਿਲ ਮਿਲੀ ਹੈ ਕਿ ਅੱਜ ਮੈਂ ਸ਼ੇਰਾਂ ਨੂੰ ਕੰਟਰੋਲ ਕਰੀ ਫਿਰਦਾ ਹਾਂ, ਅੱਜ ਮੈਂ ਹਰ ਸ਼ੈ ਨੂੰ ਕੰਟਰੋਲ ਕਰੀ ਫਿਰਦਾ ਹਾਂ। ਅੱਜ ਮੈਂ ਕਹਿ ਦੇਵਾਂ ਨਾ ਉੱਡ ਜਾਓ ਤਾਂ ਚਿੜੀਆਂ ਉੱਡ ਜਾਂਦੀਆਂ, ਮਰ ਜਾਓ ਤਾਂ ਚਿੜੀਆਂ ਮਰ ਜਾਂਦੀਆਂ। ਐਡੀ ਉੱਚੀ ਪਦਵੀ ਮੈਨੂੰ ਇਸੇ ਲਈ ਮਿਲੀ ਹੈ ਕਿ ਮੈਂ ਉਹਦੇ ਬੁਰੇ ਬਿਹੇਵ ਨੂੰ ਬਰਦਾਸ਼ਤ ਕੀਤਾ, ਉਹਦੇ ਬੁਰੇ ਸਲੂਕ ਤੇ ਵੀ ਮੈਂ ਖੁਸ਼ ਰਹਿੰਦਾ ਹਾਂ, ਆਪਣੇ ਰੱਬ ਦਾ ਸ਼ੁਕਰ ਕਰਦਾ ਹਾਂ। ਤਾਂ ਰੱਬ ਨੇ ਕਿਹਾ ਤੂੰ ਹਰ ਹਾਲਤ ਵਿੱਚ ਮੇਰਾ ਸ਼ੁਕਰ ਕਰਦਾ ਆ, ਔਰ ਜਿਹੜਾ ਹਰ ਹਾਲਤ ਵਿੱਚ ਮੇਰਾ ਸ਼ੁਕਰ ਕਰੇ ਉਹੀ ਮੇਰਾ ਪਿਆਰਾ ਹੁੰਦਾ ਹੈ। ਔਰ ਤੁਸੀਂ ਇਹਦਾ ਚੈੱਕ ਕਰੋ, ਤੁਸੀਂ ਰੱਬ ਦੇ ਪਿਆਰੇ ਹੋ ਜਾਂ ਨਹੀਂ। ਜੇ ਮਾੜੀ ਮਾੜੀ ਗੱਲ ਤੇ ਤੁਹਾਨੂੰ ਤਕਲੀਫ ਹੁੰਦੀ ਹੈ, ਤੁਸੀਂ ਸ਼ਿਕਾਇਤਾਂ ਕਰਦੇ ਹੋ, ਤੁਹਾਨੂੰ ਗੁੱਸਾ ਆ ਜਾਂਦਾ ਹੈ, ਤੇ ਇਹਦਾ ਮਤਲਬ ਹਾਲੇ ਤੁਹਾਨੂੰ ਆਪਣੇ ਆਪ ਤੇ ਮਿਹਨਤ ਕਰਨ ਦੀ ਲੋੜ ਹੈ। ਜਿੱਦਾਂ ਘੁਮਾਰ ਦੇਖਦਾ ਹੈ ਨਾ, ਜੇ ਥੋੜਾ ਜਿਹਾ ਪਾਣੀ ਪਾਣ ਨਾਲ ਘੜਾ ਟੁੱਟ ਜਾਂਦਾ ਹੈ ਤੇ ਇਹਦਾ ਮਤਲਬ ਹਾਲੇ ਹੋਰ ਇਹਨੂੰ ਪੱਕਾ ਕਰਨ ਦੀ ਲੋੜ ਹੈ, ਹਾਲੇ ਇੱਥੇ ਹੋਰ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਇੰਨਾ ਪੱਕ ਜਾਵੇ ਕਿ ਇੱਥੇ ਜਿੱਦਾਂ ਦੀ ਮਰਜ਼ੀ ਸੱਟ ਮਾਰੀ ਜਾਵੇ, ਜਿੰਨਾ ਮਰਜ਼ੀ ਇਹਨੂੰ ਭਰਿਆ ਜਾਵੇ, ਇਹ ਕਦੀ ਟੁੱਟੇ ਨਾ, ਫੇਰ ਹੀ ਪੱਕਾ ਭਾਂਡਾ ਖਾਵਾਂਗੇ ਅਸੀਂ। ਹੁਣ ਤੁਸੀਂ ਚੈੱਕ ਕਰੋ ਆਪਣੇ ਆਪ ਨੂੰ, ਤੁਸੀਂ ਕੱਚੇ ਹੋ ਜਾਂ ਪੱਕੇ ਹੋ। ਕੋਈ ਮਾੜੀ ਜਿਹੀ ਗੱਲ ਕਹਿ ਦੇਵੇ ਤੁਸੀਂ ਕ੍ਰੋਧ ਨਾਲ ਭਰ ਜਾਂਦੇ ਹੋ, ਇਹਦਾ ਮਤਲਬ ਹਾਲੇ ਭਾਂਡਾ ਕੀ ਹੈ, ਜਵਾਬ ਦੇ ਦਿਓ। ਕੱਚਾ ਇਹਨੂੰ ਤਰੇੜਾਂ ਆ ਜਾਂਦੀਆਂ ਹੈ। ਜੇ ਮਾੜੀ ਜਿਹੀ ਗੱਲ ਨਾਲ ਟੈਨਸ਼ਨ ਲੈ ਲੈਂਦੇ ਹੋ, ਮਾੜੀ ਜਿਹੀ ਗੱਲ ਨਾਲ ਗੁੱਸੇ ਨਾਲ ਭਰ ਕੇ ਬੁਰਾ ਬੋਲਣਾ ਸ਼ੁਰੂ ਕਰ ਦਿੰਦੇ ਹੋ, ਗਾਲੀ ਗਲੋਚ ਦੇਣੀ ਸ਼ੁਰੂ ਕਰ ਦਿੰਦੇ ਹੋ, ਚੀਜ਼ਾਂ ਨੂੰ ਚੱਕ ਚੱਕ ਕੇ ਮਾਰਨੀਆਂ ਸ਼ੁਰੂ ਕਰ ਦਿੰਦੇ ਹੋ, ਏਦਾਂ ਉਦਾਂ ਸੁੱਟਣ ਲੱਗ ਜਾਂਦੇ ਹੋ ਘਰ ਦਾ ਸਮਾਨ ਹੀ, ਤੇ ਇਹਦਾ ਮਤਲਬ ਹਾਲੇ ਤੁਹਾਨੂੰ ਆਪਣੇ ਆਪ ਤੇ ਮਿਹਨਤ ਕਰਨ ਦੀ ਲੋੜ ਹੈ। ਹਾਲੇ ਭਾਂਡਾ ਪੱਕਿਆ ਨਹੀਂ ਹੈ ਇਹ, ਔਰ ਜਦ ਤੱਕ ਇਹ ਭਾਂਡਾ ਪੱਕੇਗਾ ਨਹੀਂ ਉਦੋਂ ਤੱਕ ਪਰਮਾਤਮਾ ਦੀ ਰਹਿਮਤ ਨਾਲ ਭਰੇਗਾ ਵੀ ਨਹੀਂ। ਸਮਝਦੇ ਹੋ? ਇਸ ਲਈ ਆਨੰਦ ਤੁਹਾਡੇ ਅੰਦਰ ਹੈ, ਖੁਸ਼ੀਆਂ ਤੁਹਾਡੇ ਅੰਦਰ ਹੈ, ਕਿਉਂਕਿ ਖੁਸ਼ੀਆਂ ਦਾ ਦਾਤਾ ਤੁਹਾਡੇ ਅੰਦਰ ਹੈ, ਬਸ ਉਹਨੂੰ ਸਮਝਣਾ ਪੈਣਾ ਹੈ। ਇਸ ਲਈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ, ਸਤਿਗੁਰ ਹੋਈ ਲਖਾਵੇ। ਸੰਤ ਪੀਪਾ ਜੀ ਕਹਿੰਦੇ ਪ੍ਰਣਵੇ ਪਰਮ ਤਤ ਹੈ, ਕਿ ਤੇਰੇ ਪ੍ਰਾਣਾਂ ਦੇ ਅੰਦਰ ਹੀ ਉਹ ਪਰਮ ਤਤ ਹੈ। ਸਮਝਦੇ ਹੋ ਕਿ ਨਹੀਂ? ਉਹ ਪਰਮ ਤਤ ਯਾਨੀ ਪਰਮਾਤਮਾ ਹੈ। ਉਹ ਪਰਮਾਨੰਦ ਕਿੱਥੇ ਹੈ? ਤੇਰੇ ਪ੍ਰਾਣਾਂ 'ਚ। ਜਰਾ ਸਮਝਣਾ ਸਾਰਿਆਂ ਨੇ। ਹੁਣ ਜਿੱਦਾਂ ਘਰ 'ਚ ਫ੍ਰਿਜ ਹੁੰਦੀ ਹੈ, ਹੁਣ ਫ੍ਰਿਜ ਲਿਆ ਕੇ ਰੱਖ ਲਈ, ਪਰ ਜੇ ਬਿਜਲੀ ਨਾ ਹੋਵੇ ਤਾਂ ਫ੍ਰਿਜ ਕਦੀ ਚਲੇਗੀ ਨਹੀਂ। ਜੇ ਗੱਡੀ ਲਿਆ ਕੇ ਖੜੀ ਕਰ ਲਈ, ਉਹ 'ਚ ਪੈਟਰੋਲ ਨਾ ਹੋਵੇ ਤਾਂ ਕਦੀ ਪੈਟਰੋਲ ਜਾਂ ਡੀਜ਼ਲ ਨਾ ਹੋਵੇ ਤਾਂ ਚਲੇਗੀ ਨਹੀਂ। ਇਸੇ ਤਰ੍ਹਾਂ ਇਨਸਾਨ ਤਾਂ ਹੈ, ਪਰ ਇਹਦੇ ਅੰਦਰ ਪ੍ਰਾਣ ਨਾ ਹੋਣ ਤਾਂ ਫਿਰ ਇਨਸਾਨ ਵੀ ਕੀ ਹੈ? ਮਿੱਟੀ ਹੈ ਫਿਰ। ਇਸ ਲਈ ਇੱਥੇ ਸਮਝਣਾ, ਉਹ ਕਹਿੰਦੇ ਪੀਪਾ ਪ੍ਰਣਵੇ ਪਰਮ ਤਤ ਹੈ, ਕਿ ਤੇਰੇ ਪ੍ਰਾਣਾਂ ਦੇ ਅੰਦਰ ਹੀ ਤਾਂ ਪਰਮ ਤਤ ਪਰਮਾਤਮਾ ਛੁਪਿਆ ਬੈਠਾ ਹੈ। ਪਰ ਸਤਿਗੁਰ ਹੋਈ ਲਖਾਵੇ। ਪਰ ਕਹਿੰਦੇ ਗੁਰੂ ਵਾਲਾ ਹੋਏਗਾ, ਕਾਮਿਲ ਸਤਿਗੁਰ ਹੋਏਗਾ ਤਾਂ ਉਹੀ ਤੈਨੂੰ ਭੇਦ ਦੱਸੇਗਾ ਕਿ ਤੇਰੇ ਪ੍ਰਾਣਾਂ ਦੇ ਅੰਦਰ ਹੀ ਤਾਂ, ਕਿਉਂਕਿ ਫਿਰ ਸਮਝ ਲੈਣਾ ਕਿ ਬਿਜਲੀ ਫ੍ਰਿਜ ਨੂੰ ਚਲਾਉਂਦੀ ਹੈ, ਏਸੀ ਨੂੰ ਚਲਾਉਂਦੀ ਹੈ, ਜਾਂ ਹੋਰ ਚੀਜ਼ਾਂ ਨੂੰ ਚਲਾਉਂਦੀ ਹੈ। ਜਿੱਦਾਂ ਤੇਲ ਗੱਡੀ ਨੂੰ ਚਲਾਉਂਦਾ, ਇਦਾਂ ਹੀ ਤੁਹਾਨੂੰ ਚਲਾਉਣ ਵਾਲਾ ਉਹ ਪ੍ਰਾਣ ਤੱਤ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਜਿੱਦਾਂ ਕਹਿੰਦੇ ਨਾ ਕਿ ਵਿਗਿਆਨ ਕਹਿੰਦੇ ਆ ਕਿ ਇਲੈਕਟ੍ਰੋਨ ਹੈ, ਪ੍ਰੋਟੋਨ ਹੈ, ਸਮਝਦੇ ਹੋ ਕਿ ਨਹੀਂ? ਇਦਾਂ ਅਸੀਂ ਇਹਨੂੰ ਕਹਿ ਸਕਦੇ ਲਾਈਫਟ੍ਰੋਨ। ਸਮਝਦੇ ਹੋ? ਲਾਈਫ ਦਾ ਮਤਲਬ ਇਹ ਤੁਹਾਡਾ ਪ੍ਰਾਣ। ਟ੍ਰੋਨ ਯਾਨੀ ਅਗਰ ਵਿਗਿਆਨ ਦੀ ਭਾਸ਼ਾ ਨਾਲ ਸਮਝਣਾ ਹੋਵੇ ਤਾਂ ਇਹ ਕਹਿ ਸਕਦੇ ਇਹਨੂੰ ਲਾਈਫਟ੍ਰੋਨ। ਜੋ ਤੁਹਾਨੂੰ ਲਾਈਫ ਦੇਣ ਵਾਲੀ ਸ਼ਕਤੀ ਹੈ, ਯਾਨੀ ਉਹ ਪਰਮਾਤਮਾ, ਉਹ ਤੁਹਾਨੂੰ ਚਲਾ ਰਿਹਾ ਹੈ, ਉਹ ਤੁਹਾਡੇ ਅੰਦਰ ਹੀ ਬੈਠਾ ਹੈ। ਪਰ ਸੰਤ ਪੀਪਾ ਜੀ ਕਹਿੰਦੇ ਹੈ ਸਤਿਗੁਰ ਹੋਈ ਲਿਖਾਵੇ। ਇਹ ਤਾਂ ਸਤਿਗੁਰ ਹੀ ਭੇਦ ਦੱਸਦਾ ਹੈ ਕਿ ਤੁਹਾਡੇ ਅੰਦਰ ਹੀ ਹੈ ਪਰਮਾਤਮਾ। ਸਾਨੂੰ ਆਪਣੇ ਇੱਥੇ ਗੱਲ ਯਾਦ ਆ ਗਈ ਕਿ ਜਦੋਂ ਬੜੇ ਮਾਲਕਾਂ ਨੇ ਸੰਸਾਰ ਤੋਂ ਪਰਦਾ ਕੀਤਾ, ਔਰ ਉਸ ਤੋਂ ਬਾਅਦ ਜਦੋਂ 1992 ਚ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਦਰਬਾਰ ਦੀ ਗੱਦੀ ਤੇ ਬਿਠਾਇਆ ਗਿਆ, ਤਾਂ ਜਦੋਂ ਅਸੀਂ ਬੰਦਗੀ ਤੇ ਬੈਠਣਾ ਸ਼ੁਰੂ ਵਿੱਚ, ਤਾਂ ਅਸੀਂ ਕਹਿਣਾ ਪਰਮਾਤਮਾ ਕਿੱਥੇ ਹੈ? ਤੂੰ ਹੈ ਮੇਰੇ ਮਾਲਿਕ, ਕਿੱਥੇ ਹੈ?
ਇੰਨਾ ਦੂਰ ਕਿਉਂ ਹੈ, ਨਜ਼ਰ ਕਿਉਂ ਨਹੀਂ ਆਉਂਦਾ, ਮਿਲਦਾ ਕਿਉਂ ਨਹੀਂ ਹੈ। ਅਸੀਂ ਰੋਣਾ, ਉਹਨੂੰ ਪੁਕਾਰਨਾ। ਪਰ ਫਿਰ ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਉਹ ਟਾਈਮ ਆ ਗਿਆ ਕਿ ਅਸੀਂ ਬੈਠੇ ਹੋਏ ਸੀ, ਰੋ ਰਹੇ ਸੀ, ਇਹ ਪ੍ਰਮਾਤਮਾ ਤੂੰ ਕਿੱਥੇ ਹੈ, ਕਿਉਂ ਦੂਰ ਹੈ ਇੰਨਾ। ਤਾਂ ਉਸ ਵੇਲੇ ਅੰਦਰੋਂ ਆਵਾਜ਼ ਆਈ। ਇਹ ਆਪਣੇ ਜੀਵਨ ਦੀ ਸੱਚੀ ਘਟਨਾ ਦੱਸਣ ਲੱਗੇ ਆ ਤੁਹਾਨੂੰ, ਕਿਉਂਕਿ ਇਦਾਂ ਦੀਆਂ ਘਟਨਾਵਾਂ ਬਹੁਤ ਘੱਟ ਦੱਸਦੇ ਹੁੰਦੇ ਆ ਅਸੀਂ। ਪਰ ਇੱਥੇ ਸੰਤ ਪੀਪਾ ਜੀ ਦੀ ਬਾਣੀ ਦੀ ਗਵਾਹੀ ਅਸੀਂ ਆਪਣੇ ਤੌਰ ਤੇ ਦਿੰਦੇ ਆ। ਜਿੱਦਾਂ ਬੰਦਾ ਕਹਿੰਦਾ ਨਾ, ਜੇ ਸੰਤਾਂ ਨੇ ਕਿਹਾ ਤਾਂ ਮੈਂ ਉਹਨੂੰ ਆਪ ਦੇਖਿਆ ਹੈ, ਮਹਿਸੂਸ ਕੀਤਾ ਹੈ। ਤਾਂ ਜੇ ਅਸੀਂ ਉਹ ਸਵਾਦ ਲਿਆ ਹੈ ਤਾਂ ਤੁਸੀਂ ਵੀ ਉਹ ਸਵਾਦ ਲੈ ਸਕਦੇ ਹੋ। ਜਿੱਦਾਂ ਬੰਦਾ ਕਹੇ ਨਾ, ਜੇ ਮੈਂ ਰਹੀਮਪੁਰ ਆਇਆ ਤਾਂ ਕੋਈ ਵੀ ਆ ਸਕਦਾ ਹੈ, ਬਸ ਉਹਨੂੰ ਰਸਤੇ ਦਾ ਪਤਾ ਹੋਣਾ ਚਾਹੀਦਾ ਤਾਂ ਉਹ ਵੀ ਆ ਸਕਦੇ। ਬੰਦਾ ਕਹੇ ਲੈ ਮੈਂ ਹੀ ਆ ਸਕਦਾ ਰਹੀਮਪੁਰ, ਹੋਰ ਕੋਈ ਨਹੀਂ ਆ ਸਕਦਾ, ਇਹ ਹੰਕਾਰ ਹੈ। ਸਮਝਦੇ ਹੋ ਕਿ ਨਹੀਂ? ਤਾਂ ਜਿਹਦੇ ਕੋਲ ਗੱਡੀ ਹੋਵੇ, ਸਾਧਨ ਹੋਵੇ, ਸਾਧਨ ਨਾ ਵੀ ਹੋਵੇ, ਤੁਰ ਕੇ ਵੀ ਆਣਾ ਹੋਵੇ ਨਾ, ਬਸ ਬੰਦੇ ਨੂੰ ਰਸਤੇ ਦਾ ਪਤਾ ਹੋਣਾ ਚਾਹੀਦਾ ਤਾਂ ਬੰਦਾ ਚਾਹੇ 2 ਦਿਨ ਲਾ ਕੇ ਆਵੇ, ਪਹੁੰਚ ਜਾਏਗਾ। ਜੇ ਅਸੀਂ ਇਸ ਪੰਡਾਲ 'ਚ ਪਹੁੰਚ ਸਕਦੇ ਹਾਂ ਤਾਂ ਦੁਨੀਆ ਦਾ ਕੋਈ ਵੀ ਬੰਦਾ ਪੰਡਾਲ 'ਚ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਅਸੀਂ ਅੰਦਰਲੇ ਉਹ ਆਨੰਦ ਨੂੰ ਜਾਣਿਆ ਹੈ ਤਾਂ ਅਗਰ ਤੁਹਾਨੂੰ ਵੀ ਸਹੀ ਮਾਰਗ ਮਿਲ ਜਾਵੇ ਤਾਂ ਤੁਸੀਂ ਵੀ ਉਹ ਆਨੰਦ ਨੂੰ ਕੀ ਕਰ ਸਕਦੇ ਹੋ, ਜਾਣ ਸਕਦੇ ਹੋ। ਜੇ ਅਸੀਂ ਹਰ ਵੇਲੇ ਆਨੰਦ 'ਚ ਰਹਿ ਸਕਦੇ, ਤੁਸੀਂ ਵੀ ਆਨੰਦ 'ਚ ਰਹਿ ਸਕਦੇ ਹੋ। ਸਮਝ ਲਓ, ਇਹ ਪ੍ਰਮਾਤਮਾ ਨੇ ਸਾਨੂੰ ਇੱਕ ਪ੍ਰੂਫ ਦੇ ਤੌਰ ਤੇ ਤੁਹਾਡੇ ਵਿੱਚ ਭੇਜਿਆ ਹੈ ਕਿ ਬਈ ਤੁਸੀਂ ਸਾਨੂੰ ਦੇਖ ਕੇ ਕੁਝ ਸਿੱਖੋ ਕਿ ਅਸੀਂ ਵੀ ਇਹ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸਮਝਦੇ ਹੋ ਕਿ ਨਹੀਂ? ਕਿਉਂਕਿ ਇਸ ਲਈ ਤੁਸੀਂ ਵੀ ਇੱਥੇ ਹੀ ਬੈਠੇ ਹੋ ਤੇ ਅਸੀਂ ਵੀ ਇੱਥੇ ਹੀ ਬੈਠੇ ਹਾਂ। ਇਸ ਲਈ ਤੁਸੀਂ ਵੀ ਉਸੇ ਹਵਾ 'ਚ ਸਵਾਸ ਲੈ ਰਹੇ ਹੋ ਜਿੱਥੇ ਅਸੀਂ ਲੈ ਰਹੇ ਹਾਂ। ਬੰਦਾ ਕਵੇ ਕਿ ਉਹ ਗੁਰੂਆਂ ਰਹਿਬਰਾਂ ਦਾ ਸਮਾਂ ਹੋਰ ਸੀ, ਅੱਜ ਸਮਾਂ ਹੋਰ। ਉਦੋਂ ਜੀ ਸਤਜੁਗ ਸੀ, ਅੱਜ ਹੈ ਨਹੀਂ। ਪਰ ਅਸੀਂ ਕਹਾਂਗੇ ਅੱਜ ਵੀ ਅਸੀਂ ਇੱਥੇ ਹੀ, ਤੁਸੀਂ ਵੀ ਇੱਥੇ ਹੀ ਹੋ। ਬਸ ਗੱਲ ਤਾਂ ਅੰਦਰੂਨੀ ਤੌਰ ਤੇ ਮਿਹਨਤ ਕਰਨ ਦੀ ਹੈ। ਹੁਣ ਜ਼ਰਾ ਸਮਝਣਾ, ਜਦੋਂ ਅਸੀਂ ਬੈਠੇ ਤਾਂ ਅੰਦਰੋਂ ਆਵਾਜ਼ ਆਈ। ਕੀ ਆਵਾਜ਼ ਆਈ? ਜ਼ਰਾ ਹੁਣ ਸਮਝਣਾ ਕਿ ਕੌਣ ਕਹਿੰਦਾ ਹੈ ਮੈਂ ਦੂਰ ਹਾਂ। ਕਿਉਂਕਿ ਅਸੀਂ ਕਹਿ ਰਹੇ ਸੀ ਨਾ, ਇਹ ਪ੍ਰਮਾਤਮਾ, ਇਹ ਮੇਰੇ ਮਾਲਿਕ ਇੰਨਾ ਦੂਰ ਕਿਉਂ ਹੈ, ਤੂੰ ਨਜ਼ਰ ਕਿਉਂ ਨਹੀਂ ਆਉਂਦਾ, ਤੂੰ ਮਿਲਦਾ ਕਿਉਂ ਨਹੀਂ ਹੈ। ਤਾਂ ਉਸ ਲਈ ਅੰਦਰੋਂ ਆਵਾਜ਼ ਆ ਰਹੀ ਕਿ ਕੌਣ ਕਹਿੰਦਾ ਹੈ ਕਿ ਮੈਂ ਦੂਰ ਹਾਂ। ਮੈਂ ਦੂਰ ਨਹੀਂ ਹਾਂ, ਤੂੰ ਹੀ ਅੰਦਰ ਨਹੀਂ ਆਉਂਦਾ, ਮੈਂ ਤਾਂ ਤੇਰੇ ਅੰਦਰ ਹਾਂ। ਹੁਣ ਜੋ ਅੰਦਰੋਂ ਆਵਾਜ਼ ਆਈ ਉਹ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਅੰਦਰੋਂ ਆਵਾਜ਼ ਆਈ ਕਿ ਕੌਣ ਕਹਿੰਦਾ ਹੈ ਮੈਂ ਦੂਰ ਹਾਂ, ਮੈਂ ਤਾਂ ਤੇਰੇ ਅੰਦਰ ਹੀ ਹਾਂ, ਤੂੰ ਹੀ ਅੰਦਰ ਨਹੀਂ ਆਉਂਦਾ। ਇੱਕ ਵਾਰ ਅੰਦਰ ਆ ਕੇ ਦੇਖ, ਫਿਰ ਤੂੰ ਦੇਖੇਗਾ ਕਿ ਮੈਂ ਅੰਦਰ ਹੀ ਸੀ, ਮੈਂ ਅੰਦਰ ਹੀ ਹਾਂ ਔਰ ਹਮੇਸ਼ਾ ਅੰਦਰ ਹੀ ਰਹੂੰਗਾ। ਫਿਰ ਜਦੋਂ ਆਵਾਜ਼ ਨੂੰ ਸੁਣ ਕੇ ਸੁਰਤੀ ਅੰਦਰ ਗਈ ਤਾਂ ਫਿਰ ਅੰਦਰ ਉਹ ਆਨੰਦ, ਉਹ ਪਰਮ ਪ੍ਰਕਾਸ਼, ਉਹ ਪਰਮ ਪਿਤਾ ਨੂੰ ਜਾਣਿਆ ਕਿ ਜਿਹਨੂੰ ਮੈਂ ਬਾਹਰ ਤਲਾਸ਼ ਕਰ ਰਿਹਾ ਸੀ ਉਹ ਤਾਂ ਮੇਰੇ ਅੰਦਰ ਹੀ ਸੀ। ਹੁਣ ਉਸ ਤੋਂ ਸਿਵਾ ਹੈ ਹੀ ਕੁਛ ਨਹੀਂ। ਹੁਣ ਤੁਸੀਂ ਅੱਖਾਂ ਬੰਦ ਕਰ ਦਿਓ, ਕੀ ਨਜ਼ਰ ਆਉਂਦਾ ਹੈ? ਜਰਾ ਗੌਰ ਕਰੋ, ਕੀ ਨਜ਼ਰ ਆਉਂਦਾ ਹੈ? ਅੰਧੇਰਾ। ਸਮਝਦੇ ਹੋ, ਅੰਧੇਰਾ ਨਜ਼ਰ ਆਉਂਦਾ ਹੈ। ਪਰ ਅਸੀਂ ਕਹਾਂਗੇ ਅਸੀਂ ਅੱਖਾਂ ਬੰਦ ਕਰਦੇ, ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਅੰਦਰ ਆਨੰਦ ਹੀ ਆਨੰਦ ਹੈ, ਅੰਦਰ ਖੁਸ਼ੀ ਖੁਸ਼ੀ ਹੈ। ਜੇ ਬਾਹਰ ਕੋਈ ਉਦਾਸੀ ਦੀ ਗੱਲ ਹੁੰਦੀ ਹੈ, ਅੱਖਾਂ ਬੰਦ ਕਰ ਲਈਏ ਤਾਂ ਅੰਦਰ ਖੁਸ਼ੀ ਨੂੰ ਦੇਖਦੇ ਆ ਤਾਂ ਦੁਬਾਰਾ ਅਸੀਂ ਖੁਸ਼ੀ ਨਾਲ ਭਰ ਜਾਂਦੇ ਹਾਂ ਔਰ ਫਿਰ ਤਿਆਰ ਹੋ ਜਾਂਦੇ ਆ ਤੁਹਾਨੂੰ ਖੁਸ਼ੀਆਂ ਦੇਣ ਵਾਸਤੇ। ਇਹ ਯਾਦ ਰੱਖੋ ਕਿ ਪ੍ਰਮਾਤਮਾ ਤੁਹਾਡੇ ਅੰਦਰ ਹੀ ਹੈ। ਜਾਂ ਇਹਨੂੰ ਸ਼ੇਕਸਪੀਅਰ ਨੇ ਇਦਾਂ ਕਿਹਾ ਹੈ, ਸ਼ੇਕਸਪੀਅਰ ਜਿਨ੍ਹਾਂ ਨੇ ਬੜੇ ਨਾਟਕ ਲਿਖੇ ਹੈ, ਬਹੁਤ ਪਿਆਰੀ ਗੱਲ ਕੀਤੀ ਹੈ ਉਹਨਾਂ ਨੇ। ਉਹ ਕਹਿੰਦੇ ਆ ਭਗਵਾਨ तो घर पर ही है, भगवान तो घर पर ही है, आप ही हैं जो टहलने बाहर गए हुए हैं। ਉਹ ਕਹਿੰਦਾ ਭਗਵਾਨ ਤਾਂ ਘਰ 'ਚ ਹੀ ਹੈ, ਇਹ ਤੁਸੀਂ ਆ ਜਿਹੜੇ ਟਹਿਲਣ ਵਾਸਤੇ, ਘੁੰਮਣ ਵਾਸਤੇ ਘਰ ਤੋਂ ਬਾਹਰ ਗਏ ਹੋਏ ਆ। ਜੇ ਤੁਸੀਂ ਬਾਹਰੋਂ ਘਰ ਦੇ ਅੰਦਰ ਆ ਜਾਵੋ ਤਾਂ ਤੁਹਾਨੂੰ ਫਿਰ ਪਤਾ ਲੱਗੇ ਕਿ ਜਿਹੜੇ ਭਗਵਾਨ ਨੂੰ ਮੈਂ ਬਾਹਰ ਲੱਭ ਰਿਹਾ ਸੀ ਉਹ ਤਾਂ ਮੇਰੇ ਘਰ ਦੇ ਅੰਦਰ ਹੀ ਹੈ। ਜਿੱਦਾਂ ਇਹਨੂੰ ਇੱਕ ਛੋਟੀ ਜਿਹੀ ਕਹਾਣੀ ਦੇ ਜ਼ਰੀਏ ਸਮਝਾਈਏ ਕਿ ਇੱਕ ਸੇਠ ਸੀ ਜੇ ਕੋ ਬਹੁਤ ਬੜਾ ਘਰ ਸੀ। ਇੱਕ ਦਿਨ ਉਹ ਸੇਠ ਘੁੰਮਣ ਵਾਸਤੇ ਬਾਹਰ ਗਿਆ। ਜਦੋਂ ਘੁੰਮਣ ਵਾਸਤੇ ਬਾਹਰ ਗਿਆ, ਥੋੜੀ ਦੇਰ ਹੋਈ ਬਾਹਰ ਗਏ ਨੂੰ ਤਾਂ ਘਰ ਦੀ ਮਾਲਕਿਨ ਨੇ, ਜਾਨੀ ਉਹ ਸੇਠ ਦੀ ਪਤਨੀ ਨੇ, ਆਪਣੇ ਨੌਕਰ ਨੂੰ ਬੁਲਾਇਆ ਔਰ ਨੌਕਰ ਨੂੰ ਕਿਹਾ ਕਿ ਰਾਮੂ ਜਾ जल्दी जरा सेठ जी ਨੂੰ बुला लिया, कोई जरूरी काम है। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।